अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਿਓ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਤੇ ਦੋਸਤੋ, ਜਿਸ ਤਰੀਕੇ ਸਾਰੇ ਦੋਸਤਾਂ ਨੂੰ ਪਤਾ ਚੱਲ ਗਿਆ ਹੋਵੇਗਾ, ਸਾਲ ਨਵਾਂ ਚੜ੍ਹ ਗਿਆ ਹੈ 2022 ਤੇ 2022 ਦੇ ਵਿੱਚ ਜਨਾਬ ਜਿਹੜਾ ਹਕੂਮਤ ਦੀ ਤਰਫੋਂ ਸਾਨੂੰ ਤੋਹਫਾ ਮਿਲਿਆ ਹੈ ਨਾ, ਉਹ ਜਨਾਬ ਡੀਜ਼ਲ ਦੀਆਂ ਤੇ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ ਨੇ। ਤੇ ਡੀਜ਼ਲ ਵਧਣ ਦੇ ਨਾਲ ਟਰੈਕਟਰਾਂ ਦਾ ਜਿਹੜਾ ਹੈ ਖਰਚਾ ਵੱਧ ਜਾਂਦਾ ਹੈ। ਖਾਸ ਕਰਕੇ ਜਿਹੜੇ ਦੋਸਤ ਕਿਰਾਏ ਤੇ ਕੰਮ ਕਰਦੇ ਹੈਗੇ ਨੇ, ਉਹਨਾਂ ਨੂੰ ਮਜਬੂਰੀ ਨਾਲ ਫਿਰ ਰੇਟ ਵਧਾਉਣਾ ਪੈਂਦਾ ਹੈ ਤੇ ਉਹ ਸਿੱਧਾ ਸਾਹਾਂ ਜਿਹੜਾ ਅਸਰ ਹੈ ਨਾ ਉਹ ਕਿਸਾਨਾਂ ਤੇ ਜਾਂਦਾ ਹੈ। ਤੇ ਆਓ ਗੱਲ ਕਰਨੇ, ਸਾਡੇ ਨਾਲ ਕਿਸਾਨ ਭਾਈ ਮੌਜੂਦ ਨੇ, ਹਾਕਮ ਨਵਾਜ਼ ਭਾਈ, ਉਹਦੇ ਕੋਲ ਪੁੱਛਣੇ ਹੈ ਵੀ ਰੇਟ 'ਚ ਕੋਈ ਕਮੀ ਬੇਸ਼ੀ ਕਿੰਨੀ ਕੁ ਤੁਸੀਂ ਕੀਤੀ ਹੈ ਜਾਂ ਹਾਲੀ ਤੁਹਾਨੂੰ ਪਤਾ ਹੀ ਅੱਜ ਚੱਲਿਆ ਹੈ। ਤੇ ਆਓ ਗੱਲ ਕਰਨੇ ਹੈ। अस्सलाम वालेकुम हाकम नवाज भाई, की हाल है? ठीक ठाक तबीयत ठीक है? हाकम नवाज, ਤੁਹਾਨੂੰ ਪਤਾ ਹੈ ਵੀ ਨਵਾਂ ਸਾਲ ਚੜ੍ਹ ਗਿਆ ਹੈ ਹਾਂਜੀ ਤੇ ਨਵੇਂ ਸਾਲ ਦੇ ਵਿੱਚ ਹਕੂਮਤ ਨੇ ਤੇਲ ਵਧਾ ਦਿੱਤਾ, ਡੀਜ਼ਲ। ਹਾਂਜੀ ਤੇ ਕੀ ਅਸਰ ਪਵੇਗਾ ਆਪਣੇ ਕਾਰੋਬਾਰ ਤੇ? ਕਾਰੋਬਾਰ ਦੇ ਤਾਂ ਅਸਰ ਪੈਣਾ ਹੀ ਹੈ। ਕਿਹੜੀ ਸ਼ੈ ਮਹਿੰਗਾਈ ਹੋ ਜਾਵੇ, ਉਹ ਸਾਨੂੰ ਕਿਹੜਾ ਕਿਰਾਇਆ ਹੈ, ਇਹ ਸਾਨੂੰ ਤਾਂ ਕੋਈ ਵਜ੍ਹਾ ਨਹੀਂ ਵੀ ਵੱਧਦਾ ਜਾਵੇ ਤਾਂ ਅਸੀਂ ਕਿਰਾਇਆ ਵੀ ਵਧਾ ਦੇਣਾ ਹੈ। ਬਾਕੀ ਕਿਹੜਾ ਕਿਸਾਨ ਹੈ ਨਾ, ਉਹਨਾਂ ਤੇ ਤਾਂ ਅਸਰ ਪੈਂਦਾ ਹੀ ਹੈ। ਸਹੀ ਹੈ। ਤੇ ਅਸੀਂ ਡੀਜ਼ਲ ਵਧਾ ਤਾਂ ਅਸੀਂ ਇਹਦਾ ਰੇਟ ਤਾਂ ਵਧਾ ਦੇਣਾ ਹੈ। ਉਹ ਸਾਨੂੰ ਇਸ ਤਰੀਕੇ ਦੀ ਕੋਈ ਵਜ੍ਹਾ ਨਹੀਂ ਦੀ। ਤੇ ਕਿਹੜੇ ਕਿਸਾਨ ਹੈ ਨਾ, ਉਹਨਾਂ ਤੇ ਵਜ੍ਹਾ ਪੈਂਦੀ ਹੈ। ਅੱਗੇ ਕਿਹੜਾ ਲੈਂਦੇ ਪਿਆ 1600-1700 ਰੁਪਈਆ, ਹੁਣ ਆਂਦਾ ਹੁਣ ਉੱਡ ਜਾ ਸੀ 1800 ਰੁਪਈਆ। ਉਹਨਾਂ ਹੋਰ ਵੀ ਆਖਣਾ ਵੀ ਯਾਰ ਇਹ ਖਰੇ ਮਹਿੰਗਾਈ ਤੁਸੀਂ ਕੀਤੀ ਖੜੇ ਨੇ, ਜਾਂ ਇਹਨਾਂ ਦਾ ਖਰਚਾ ਹੀ ਨਹੀਂ ਹੁੰਦਾ, ਜਾਂ ਜੀ ਕੀ ਹੁੰਦਾ ਹੈ। ਉਹਦੀ ਵਜ੍ਹਾ ਤੋਂ ਕਿਸਾਨ ਨੂੰ ਚੌਕਾ ਫਰਕ ਇਹਦੇ ਨਾਲ। ਅੱਛਾ, ਮੈਨੂੰ ਇਹ ਦੱਸੋ ਵੀ ਕਣਕ ਕਿੰਨੀ ਲਾਈ ਹੋਈ ਤੇ ਆਲੂ ਕਿੰਨੇ ਲਾਏ ਹੋਏ ਨੇ? 12 ਕਿੱਲੇ ਕਣਕ ਹੈ ਤੇ 12 ਕਿੱਲੇ ਆਲੂ ਨੂੰ ਤੇ 10 ਕਿੱਲੇ ਕਣਕ ਹੈ। ਤੇ ਸੁਣਾਓ ਕੀ ਪੋਜੀਸ਼ਨ ਹੈ ਆਲੂ ਤੇ ਦੂਸਰਾ ਆਲੂ ਦਾ ਕਣਕ ਤਾਂ ਦਾ? ਮੈਂ ਸਾਹਿਬ ਅੱਗੇ ਸੀ ਵੇਚਿਆ ਹੈ, 1.5 ਕਿੱਲਾ ਵੇਚਿਆ ਹੈ ਤੇ ਉਹ ਵੇਚਿਆ 1600 ਤੇ 50 ਰੁਪਏ। ਅੱਛਾ ਤੇ ਬਾਕੀ ਹੋਰ ਸਾਡੇ ਖੜੇ ਹੁੰਦੇ ਨੇੜੇ ਹੀ ਨਹੀਂ ਭਜਾਨੇ। ਹੁਣ 1500 ਰੁਪਇਆ ਰੇਟ ਲੱਗਦਾ ਹੈ। ਉਹ ਅੱਛਾ। ਖਾਦ ਅਸਾਂ ਲੈ ਤੇ ਗੱਤੀ ਵੀ ਹੈ 9300 ਨੂੰ। ਡੀਏਪੀ? ਹਾਂਜੀ 9300 ਨੂੰ ਗੱਤੀ ਵੀ ਖਾਦ, ਤੇ ਉਹਦੀ ਵਜ੍ਹਾ ਤੋਂ ਅਸੀਂ ਇੱਕ ਵਾਰੀ ਉਹਨੂੰ ਪੱਟਦੇ ਹੀ ਨਹੀਂ ਪਏ ਵੀ ਉਹ ਬੜਾ ਨੁਕਸਾਨ ਹੁੰਦਾ ਪਿਆ। ਇੱਕ ਵਾਰੀ ਖੜੇ ਨੂੰ ਹੋ ਸਕਦਾ ਹੈ ਵੀ ਆਂਦੇ ਨਵੇਂ ਸਾਲ ਵਿੱਚ ਇਹ ਮਹਿੰਗੇ ਹੋ ਜਾਣੇ ਤੇ ਡੀਜ਼ਲ ਤੇ ਖਾਦ ਸਸਤੀ ਹੋ ਜਾਣੀ ਹੈ। ਅਸੀਂ ਉਹਦੀ ਵਜ੍ਹਾ ਤੋਂ ਉਡੀਕਦੇ ਰਹੇ। ਹੁਣ ਵੇਖਨੇ ਵੱਲੇ ਜਿਵੇਂ ਮਹਿੰਗੇ ਸਸਤੇ ਵਿਕਦੇ ਨੇ। ਇਹ ਨਵੇਂ ਸਾਲ ਫਿਰ ਡੀਜ਼ਲ ਮਹਿੰਗਾ ਹੋ ਗਿਆ ਤੇ ਖਾਦ ਦੀਆਂ ਸੁਣਾਓ, ਯੂਰੀਆ ਲੱਭ ਰਹੀ ਹੈ ਨਹੀਂ ਲੱਭ ਰਹੀ? ਲੱਭਦੀ ਨੇ ਵੀ ਸਾਡੇ ਤੇ ਕਣਕ ਕਿਹੜੀ ਹੈ, ਉਹ ਅੱਜ ਤੋਂ 10 ਦੇ ਪਹਿਲੇ ਤਾਂ ਪਾਣੀ ਲੈਂਦੀ ਬਾਅਦ ਲੱਭਦੀ ਨੇ ਪਈ। ਜੋ 2500 ਨੂੰ ਲਈਏ ਤੇ ਮੋੜ ਤੇ ਲੱਭ ਜਾਂਦੀ ਹੈ। ਜੋ ਉਸ ਨਗਦ ਰੇਟ ਕਿਹੜਾ ਹੈ ਕੰਪਨੀ ਦਾ ਰੇਟ, ਉਹ ਲਈਏ ਤਾਂ ਨਹੀਂ ਢੀਂਦੀ। ਆਂਦੇ ਨੇ ਹੀ ਕੋਈ ਨਹੀਂ, ਆਂਦ ਹੈ ਹੀ ਕੋਈ ਨਹੀਂ। ਹੈਗੀ ਕੋਈ ਨਹੀਂ। ਕਣਕ ਕੱਕੀ ਹੋਈ ਖੜੀ ਉਹ ਪਾਣੀ ਲੈਂਦੀ ਹੈ, 10 ਦੇ ਅੱਗੇ ਦੀ ਪਾਣੀ ਲੈਂਦੀ ਹੈ। ਉਹ ਹੁਣ ਖਾਦ ਦੀ ਵਜ੍ਹਾ ਤੋਂ ਪਾਣੀ ਨਹੀਂ ਲੱਗਦਾ ਉਹਨੂੰ ਸਾਥੋਂ। ਮਤਲਬ ਵੀ ਜਦੋਂ ਆਪਣੀ ਕਣਕ ਲਵੇਗੀ ਹਾਂਜੀ ਉਦੋਂ ਜਿਹੜੇ ਇਸ ਦੇ ਮੁਤਲਕਾ ਅਫੀਸਰ ਹੁੰਦੇ ਨੇ ਜਿਨ੍ਹਾਂ ਕਣਕ ਨੂੰ ਖਰੀਦ ਕੇ ਸੈਂਟਰ ਤੇ ਲਿਜਾਣਾ ਹੁੰਦਾ, ਉਸੇ ਉਹ ਬੜੇ ਚਲਾਕ ਹੋ ਜਾਂਦੇ ਨੇ, ਬੜੇ ਤੇਜ਼ ਹੋ ਜਾਂਦੇ ਨੇ, ਉਹ ਫੌਰੀ ਆਪਾਂ ਨੂੰ ਪਹੁੰਚ ਜਾਂਦੇ ਨੇ ਵੀ ਸੈਂਟਰ ਤੇ ਭੇਜੋ। ਉਹਦੇ ਜੋ ਛਾਪੇ ਵੀ ਮਾਰਦੇ, ਸਾਰਾ ਕੁਝ ਕਰਦੇ ਨੇ। ਅਸੀਂ ਐਤਕੀ ਨਹੀਂ ਦੇਣੀ। ਅੱਛਾ। ਹੁਣ ਜਿਹੜੀ ਉਹਨਾਂ ਦਾ ਜੜਨੀ ਵੀ ਉਹ ਥੋੜੀ ਹੈ, ਕਿਤੇ ਕਿ 50 ਜੜਨੇ ਆਏ ਕਿ ਮੇਰੇ ਖਿਆਲ ਨਾਲ ਉੱਤੇ 25-30 ਜੜੇਗੀ। ਹਾਂ, ਉਹ ਆਪਣੇ ਵਾਦਾ ਕਿਹੜੇ ਬਾਹਰ ਪ੍ਰਾਈਵੇਟ ਕੰਪਨੀਆਂ ਨੂੰ ਬੰਦੇ ਹੈ ਨਾ, ਮਿੱਲਾਂ ਵਾਲੇ ਮਿੱਲਾਂ ਉਹ ਖਰੀਦਣ ਮਹਿੰਗੀ ਖਰੀਦਣ, ਗਵਰਨਮੈਂਟ ਤੋਂ ਵੀ ਮਹਿੰਗੀ ਖਰੀਦਣ ਕੋਈ 200 ਰੁਪਈਆ। ਅਸੀਂ ਗਵਰਨਮੈਂਟ ਨੂੰ ਨਹੀਂ ਦੇਣੀ, ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇਸਾਂ। ਸਹੀ ਹੋ ਗਿਆ। ਤੇ ਮਤਲਬ ਵੀ ਇਹਨਾਂ ਜ਼ਲੀਲ ਕਰ ਛੱਡਿਆ ਜ਼ਿਮੀਂਦਾਰਾਂ ਨੂੰ। ਰੇਲੇ ਦੇ ਬੰਦੇ ਦੇ ਕਿਸਾਨ ਦੇ ਪੱਲੇ ਸ਼ੈ ਹੀ ਕੋਈ ਨਹੀਂ ਹੈਗੀ। ਹੁਣ ਪੈਸੇ ਵੀ ਹੱਥੀ ਹੁੰਦੇ, ਸਾਰਾ ਕੁਝ ਦੇ ਜਾਂਦੇ ਆ, ਖੋ ਤੇ ਨਹੀਂ ਲੱਭਦੀ। ਉਹ ਜਿਹੜੇ ਲੈਣਾ 'ਚ ਖੜੇ ਹੁੰਦੇ ਨੇ, ਲੈਣਾ ਵਿੱਚ ਤਾਂ ਮੈਂ ਤਾਂ 20 ਵਾਰੀ ਗਿਆ। ਮੈਂ ਤਾਂ ਜਿਵੇਂ ਗਿਆ ਉਹ ਯਾਰ ਤੇ ਵਾਪਸ ਹੀ ਆਇਆ ਸੋਤੇ ਕੰਮ ਦਾ। ਉਹ ਦੂਰੋਂ ਤਾਂ ਇੰਝ ਲੱਗਦਾ ਜਿਵੇਂ ਉੱਥੇ ਲੰਗਰ ਪੇ ਲੈਣ ਲਾਉਂਦੇ ਜੇ ਕਿਤੇ ਸਾਡੀ ਵਾਰੀ ਆਉਂਦੀ ਹੈ, ਉਹ ਉਹਨਾਂ ਦੇ ਆਦੇ ਬੰਦੇ ਹੀ ਲੈ ਲੈਂਦੇ ਨੂੰ। ਅੱਛਾ। ਕਿਹੜੇ ਐਨ ਕਿਹੜੇ ਟਰਾਲਾ ਲਿਆ ਤੇ ਰੋਕਦੇ ਨੇ ਇੱਥੇ ਵੀ ਅਸੀਂ ਵੇਚਦੇ ਪਏ ਨਗਦ ਰੇਟ ਤੇ ਅੱਛਾ 1768 ਰੁਪਏ। ਹਾਂ। ਉਹ ਬਣਾਉਂਦੇ ਆਦੇ ਬੰਦੇ ਹੁੰਦੇ ਨੇ ਕਿਹੜੇ ਸਾਡੇ ਰੰਗੇ ਜ਼ਿਮੀਂਦਾਰ ਹੁੰਦੇ ਨੂੰ। ਅੱਛਾ। ਉਹਨਾਂ ਵਿੱਚੋਂ 100 ਵਿੱਚੋਂ 50 ਨੂੰ ਢੀਂਦੀ ਹੈ ਖਾਦ, ਉਹ ਵੀ ਦੋ ਬੋਰੀਆਂ ਢੀਂਦੀਆਂ ਨੂੰ। ਅੱਛਾ, ਬਾਕੀ ਆਪਣੇ ਨੂੰ ਹੀ ਤਕਸੀਮ ਕਰ, ਮਤਲਬ ਆਪ ਹੀ 2500 ਖਾਣਾ ਪੂਰੀ ਕਰ ਦਿੰਦੇ ਨੇ। ਹਾਂਜੀ, ਉਹ ਕਿਹੜਿਆ 2500 ਦਿੰਦੇ ਪਏ ਨੂੰ, ਉਹੀਓ ਬਣਾਉਂਦੇ ਬੰਦੇ ਲੈ ਤੇ ਤੂੰ ਤੇ ਰੱਖ, ਉਹੀਓ ਵੇਚਦੇ ਪਏ ਨੂੰ। ਅੱਛਾ ਅੱਛਾ, ਬਹੁਤ ਜ਼ਿਆਦਤੀ ਸਰ, ਬਹੁਤ ਹੀ ਜ਼ਿਆਦਤੀ ਹੈ। ਤੇ ਇਹ ਕਿਹੜੀ ਇਮਰਾਨ ਖਾਨ ਦੀ ਹਕੂਮਤ ਹੈ। ਹਾਂ, ਇਹ ਹਕੂਮਤ ਬਿਲਕੁਲ ਬੇਕਾਰ ਹੈ ਜੀ, ਬੇਕਾਰ ਹੈ। ਸਹੀ, ਹਾਂਜੀ। ਮਤਲਬ ਕਿਸਾਨਾਂ ਵਾਸਤੇ ਬੇਕਾਰ ਹੈ। ਕਿਸਾਨਾਂ ਵਾਸਤੇ ਬੇਕਾਰ ਹੈ। ਕਿਹੜਾ ਹੈ ਹੋਰ ਤਾਜਰ ਹੈ ਉਹਨਾਂ ਨੂੰ ਫਾਇਦਾ ਹੈ। ਉਹ ਪਿੱਛੋਂ ਸਸਤੀ ਲਿਆਉਂਦੇ ਨੇ, ਅਗਾ ਮਹਿੰਗੀ ਦਿੰਦੇ ਪਏ। 1700 ਨੂੰ ਲੈਂਦੇ ਨੇ, ਅਗਾ 2500 ਨੂੰ ਵੇਚਦੇ ਨੂੰ। 800 ਰੁਪਏ ਤੋਂ ਉਸ ਵਕਤ ਲੈ ਲੈਂਦੇ ਨੇ, ਪਿੱਛੋਂ ਵੀ ਸਸਤੀ ਲਿਆਉਂਦੇ ਨੇ। ਕਿਹੜੀ 1700 ਲਿਆਉਂਦੇ ਨੂੰ, ਉਹ ਵੀ ਸਸਤੀ ਲਿਆਉਂਦੇ ਨੂੰ। ਤੇ ਜੁਰਮਾਨਾ ਵੀ ਹੁੰਦਾ ਹੈ ਤੇ ਇੱਥੇ ਲਿਆਉਂਦੇ ਜੁਰਮਾਨਾ ਵੀ ਤਾਂ ਕਰਦੇ ਪਏ ਨੇ। ਉਹ ਜੁਰਮਾਨਾ ਐਵੇਂ ਆਪਣੇ ਰੰਗ ਨੂੰ ਵਿਖਾਉਣ ਵਾਸਤੇ, ਬੇਵਕੂਫ ਬਣਾਉਣ ਵਾਸਤੇ ਆਏ, ਕਿਸਾਨ ਨੂੰ ਬੇਵਕੂਫ ਬਣਾਉਣ ਵਾਸਤੇ ਆਏ ਵੀ ਅਸੀਂ ਜੁਰਮਾਨਾ ਕੀਤਾ ਹੈ। ਹੁੰਦਾ ਕੋਈ ਨਹੀਂ, ਉਹਨਾਂ ਦੇ ਕੋਲ ਲੈ ਲੈਂਦੇ ਨੇ 10,000 ਰੁਪਈਆ ਤੇ ਅਗਾਂ ਉਹੀਓ ਬੰਦੇ ਮਹਿੰਗੀ ਵੇਚ ਲੈਂਦੇ ਨੂੰ। ਸਹੀ ਹੋ ਗਿਆ। ਤੇ ਹੁਣ ਫਿਰ ਆਪਣਾ ਰੇਟ ਕਿੰਨਾ ਮੌਜੂਦਾ ਚੱਲਦਾ ਪਿਆ?
ਇਹ ਮੌਜੂਦਾ ਅੱਗੇ ਆ ਲਵੇਂ ਦਾ 1700 ਰੁਪਈਆ ਹੂੰ। ਅੱਜ ਹੁਣ 4 ਰੁਪਏ ਵੱਧ ਗਿਆ ਹੈ ਹੂੰ। ਅੱਜ ਹੁਣ 1800 ਕਰ ਦਿੱਤਾ 1800 ਜੀ ਹਾਂਜੀ ਠੀਕ ਹੋ ਗਿਆ। ਤੇ ਇੱਕ ਜਿਹੜਾ ਹੈ, 2 ਰੰਬੜ ਨਾਲ ਤਕਰੀਬਨ ਜ਼ਮੀਨ ਕਲੀਅਰ ਹੋ ਜਾਂਦੀ ਹੈ। ਹੋ ਜਾਂਦੀ ਹੈ, ਇੱਕ ਨਾਲ ਵੀ ਹੋਵੇ ਥੋੜੀ ਵਜ੍ਹਾ ਹੋਵੇ ਜ਼ਮੀਨ ਥੋੜੀ ਵਾਰੀ ਹੋਵੇ ਤੇ ਇੱਕ ਨਾਲ ਵੀ ਹੋ ਜਾਂਦੀ ਹੈ। ਤੂੰ ਜੇ ਬਿਹਤਰ ਦੋ ਰਾਜ ਠੀਕ ਹੁੰਦਾ ਹੈ। ਚਲੋ ਤੇ ਕਿਹੜੇ ਗੇਰੇ ਚਲਾਓਗੇ? ਪੰਜਵੇਂ ਲੋਕ ਵਿੱਚ ਪੰਜਵੇਂ ਲੋਹੇ 'ਚ। ਤੇ ਰੇਸ ਕਿੰਨੇ ਕੁ ਦਿਓਗੇ? 1300 1500 ਤੱਕ ਕਿੰਨੀ ਰੇਸ ਦਿੰਦੇ ਹੁੰਦੇ ਨੇ? ਅਸੀਂ 1300 ਦੇ ਦਿੰਦੇ ਆ ਚਲੋ। ਜ਼ਿਆਦਾ ਟੋਰੀਏ ਤੇ ਮੋੜਾ ਡਿਸਟਾਂ ਫਿਰਿਆ ਵਜਾਂ ਨੂੰ ਹਾਂ। ਇਹਦੇ ਵਿੱਚ ਚੌਂ ਤੇ ਵੱਜਦਾ ਤੇ ਮਗਰੂ ਜ਼ਮੀਨ ਕਿਹੜੀ ਹੈ ਉਹਦੇ ਵੀ ਉਵੇਂ ਜੈਂਪੀ ਬਣਦੇ ਆਦੇ ਅੱਛਾ, ਮੈਨੂੰ- ਦੋਰਾ ਵੀ ਫੇਰ ਲਈਏ ਉਹ ਉਵੇਂ ਹੁੰਦਾ ਅੱਛਾ, ਮੈਨੂੰ ਇਹ ਦੱਸੋ ਵੀ ਜ਼ਿਆਦਾ ਸਪੀਡ ਨਾਲ ਜ਼ਮੀਨ ਠੀਕ 72 ਮਤਲਬ ਵੀ ਲੈਵਲ 'ਚ ਨਹੀਂ ਹੁੰਦੀ? ਨਹੀਂ ਜ਼ਿਆਦਾ ਨਾਲ ਨਹੀਂ ਹੁੰਦੀ ਹੈ ਕਿਹੜੀ ਜ਼ਮੀਨ ਕੋਈ ਸਹੀ ਬਰੀਕ ਹੋਵੇ ਜ਼ਮੀਨ ਹੂੰ। ਬੁਰੀ ਵੀ ਹੋਵੇ ਉਹ ਜ਼ਿਆਦਾ ਸਪੀਡ ਨਾਲ ਵੀ ਹੋ ਜਾਂਦੀ ਹੁੰਦੀ ਹੈ ਕਿਹੜੀ ਇਸ ਤਰੀਕੇ ਦੀ ਹੈ ਉਹ ਨਹੀਂ ਹੁੰਦੀ ਕਿਉਂਕਿ ਇਥੋਂ ਲੱਗ ਸੀ ਤਾਂ ਅਗਲੇ ਜਾ ਵਜ ਸੀ ਟੋੜੇ ਵਜ ਸੀ ਉਹ ਤੋਂ ਅਗਲੇ ਟੋੜੇ ਵਜ ਜਾ ਵਜ ਸੀ ਤਾਂ ਉਹ ਮਗਰੂ ਐਵੇਂ ਜੰਪ ਹੁੰਦੇ ਆਸਨ ਅੱਛਾ ਅੱਛਾ, ਮਤਲਬ ਵੀ ਆਰਾਮ ਨਾਲ ਇਹਨੂੰ ਹਾਂਜੀ ਆਰਾਮ ਤੇ ਧਿਆਨ ਤੇ ਸਕੂਨ ਨਾਲ ਚਲਾਉਣਾ ਚਾਹੀਦਾ। ਸੀਨ ਲੱਗੀ ਵੀ ਹੁੰਦੀ ਤਾਂ ਉਹਦੇ ਵਿੱਚ ਥੋੜਾ ਤੇਜ਼ ਹੈ ਜ਼ਮੀਨ ਵਿੱਚ ਵੀ ਟੁੱਟ ਸਕਦਾ ਆ ਅੱਛਾ ਠੀਕ ਹੋ ਗਿਆ ਅਕਰਮਾਸ ਭਾਈ, ਬਹੁਤ ਮਿਹਰਬਾਨੀ। ਤੇ ਤੁਸੀਂ ਯਕੀਨ ਮੰਨੋ ਸੱਚੀ ਗੱਲ ਕੀਤੀ ਵੀ ਇਹ ਹਕੂਮਤ ਦੀ ਪਾਲਿਸੀ ਬਿਲਕੁਲ ਨਾਕਾਮ ਹੈ ਤੇ ਕਿਸਾਨ ਦੁਸ਼ਮਣ ਹੈ। ਕਦੀ ਟਰੈਕਟਰ ਮਹਿੰਗੇ ਹੋ ਜਾਂਦੇ ਨੇ ਤੇ ਕਦੀ ਔਜ਼ਾਰ ਮਹਿੰਗੇ ਤੇ ਕਦੀ ਖਾਦ ਨਹੀਂ ਲੱਭਦੀ ਤੇ ਮਹਿੰਗੀ ਹੋਣ ਦੇ ਬਾਵਜੂਦ ਨਹੀਂ ਲੱਭਦੀ ਪਈ। ਤੇ ਚਲਾਓ ਜੀ ਅੱਲਾ ਨੇ ਯਾਦ ਕਰਕੇ। ਹਾਂ ਇਹ ਟਰੈਕਟਰ ਕਿਹੜਾ ਖਾ ਹੈ ਇਹਦੀ ਵੇਚਣ ਲੱਗੇ ਹੈ ਸਾਨੂੰ 13.5 ਲੱਗਾ ਹੈ ਅੱਛਾ। ਇਹਦੇ ਨਾਲ ਆਗੂ ਹੋਰ ਵੀ ਅਸੀਂ ਵੇਖਣ ਗਏ ਇਹ ਮਾਡਲ ਇਸੇ ਤਰੀਕੇ ਦਾ ਉਹਨਾਂ ਸਾਨੂੰ 16 ਲੱਖ ਦਾ ਆਖਿਆ 16 ਲੱਖ ਮੈਂ ਹਾਂਜੀ ਐਵੇਂ ਸੇਮ ਐਵੇਂ ਬਿਲਕੁਲ ਜੀ। ਮੈਂ ਅਸੀਂ ਚੈਕਿੰਗ ਕਰਦੇ ਪਏ ਨੇ ਵੀ ਕੀ ਸਾਡੇ ਚੰਦ ਦਿਨ ਪਹਿਲੇ ਮੈਂ ਗਿਆ ਹਵੇਲੀ ਕਿ ਟਰੈਕਟਰ ਖੜਾ ਸੀ ਤੇ ਬਿਲਕੁਲ ਉਹਦੇ ਟਾਇਰ ਪਿਛਲੇ ਹੈਗੇ ਹੀ ਕੋਈ ਨਹੀਂ ਸਨ। ਤਕਰੀਬਨ ਥੋੜੇ ਥੋੜੇ ਆ ਜਿਵੇਂ ਇਹਦੇ ਹੈਗੇ ਨੇ ਉਹਨਾਂ 15 ਲੱਖ ਰੁਪਈਆ ਮੰਗਿਆ ਸੀ। ਅਸੀਂ ਗਏ ਆਹ ਟਰੈਕਟਰ ਸੋਹਣਾ ਹੁੰਦੇ ਨਾਲ ਮੰਗਾ ਹੈ ਹੂੰ। ਸਾਤੋਂ ਨਾ 16 ਲੱਖ ਮੰਗਾ ਹੈ ਅੱਛਾ ਹਾਂ ਐਵੇਂ ਦਾ ਅਸੀਂ ਆ ਕੇ ਸਾਨੂੰ 13.5 ਦਾ ਹੀ ਚੰਗਾ ਹੈ ਸਹੀ ਹੋ ਗਿਆ। ਚਲਾਓ ਜੀ। ਮੇਰਾ ਖਿਆਲ ਵੀ ਕਿਸਾਨ ਭਾਈਆਂ ਨੂੰ ਚਾਹੀਦਾ ਵੀ ਇਹ ਟਰੈਕਟਰ ਜਿਹੜੇ ਕੋਲ ਹੈਗੇ ਨੇ ਨਾ ਮੌਜੂਦਾ ਉਹਨਾਂ ਨੂੰ ਕਾਫੀ ਦੇਰ ਚਲਾਵਣ ਤੇ ਉਹ ਹੀ ਬਿਹਤਰ ਹੈਗੇ ਨੇ। ਤੇ ਇਹ ਮਸ਼ੀਨ ਕਿੱਥੇ? ਉਹ ਸਾਹਮਣੇ ਖੜੀ ਹੈ। ਅੱਛਾ ਦੋਸਤੋ, ਉਹ ਸਾਹਮਣੇ ਉਹ ਦੂਸਰੇ ਕਿੱਲੇ 'ਚ ਖੜੀ ਹੈ ਮਸ਼ੀਨ ਜੀ ਇਸ ਦੀ। ਤੇ ਇਹ ਆ ਗਿਆ ਹੈ। ਇਹ ਕਿੰਨੇ ਕਿੱਲਿਆਂ 'ਚ ਕਵਰ ਕਰ ਸਕਦਾ ਹੈ ਲੇਜ਼ਰ? ਇਹ 5 ਕਿੱਲੇ ਦੇ ਲੰਮੀ ਹੋਵੇ ਲੈ ਅੱਛਾ ਇੱਕ ਮੁਰੱਬੇ 'ਚ? ਹਾਂ ਇੱਕ ਮੁਰੱਬੇ ਇਹ 100 ਕਿੱਲਾ ਵੀ ਕਰ ਸਕਦਾ ਹੈ ਅੱਛਾ 100 ਕਿੱਲਾ ਵੀ ਕਰ ਸਕਦਾ। ਵੈਰੀ ਗੁੱਡ। ਤੇ ਦੋਸਤੋ ਇਹ ਮਲਟੀ ਲੇਜ਼ਰਾਂ ਦਾ ਹੈ ਜੀ। ਚਲੋ ਜੀ ਚਲਾਓ। ਤੇ ਇਹ ਟਰੈਕਟਰ ਚੱਲ ਪਿਆ ਜੀ। ਤੇ ਇਸ ਦੀ ਦੋਨੋਂ ਵਿਖਾਣੇ ਪਰਫਾਰਮੈਂਸ ਰੂਸੀ ਸ਼ਹਿਜ਼ਾਦੇ ਦੀ। ਸਭ ਤੋਂ ਪਹਿਲੇ ਇਸ ਦਾ ਕੋਈ ਸਰਵੇ ਕਰੇਗਾ ਜਿਸ ਤਰੀਕੇ ਕੋਈ ਸੜਕ ਦਾ ਸਰਵੇ ਹੁੰਦਾ ਹੈ ਵੀ ਇੱਥੇ ਬਣਨੀ ਹੈ ਜਾਂ ਨਹੀਂ ਬਣਨੀ। ਤੇ ਇਹ ਜਨਾਬ ਸਰਵੇ ਵਜਾਉਂਦਾ ਪਿਆ ਪਹਿਲਾ ਫੇਰਾ। ਇਸੇ ਤਰੀਕੇ ਪੂਰੇ ਕਿੱਲੇ 'ਚ 3-4 ਫੇਰੇ ਲਗਾਵੇਗਾ ਤੇ ਫਿਰ ਜਨਾਬ ਮਜ਼ੀਦ ਥੱਲੇ ਕਰ ਲਵੇਗਾ। ਤੁਹਾਨੂੰ ਪਤਾ ਚੱਲ ਜਾਵੇਗਾ ਵੀ ਕਿਹੜੀ ਸਾਈਡ ਤੋਂ ਇਹ ਮੱਟੀ ਚੁੱਕਣੀ ਹੈ, ਕਿਹੜੀ ਸਾਈਡ ਤੇ ਮੱਟੀ ਸੁੱਟਣੀ ਹੈ। ਤੇ ਬਾਕੀ ਦੋਸਤੋ ਗੱਲ ਕਰ ਰਹੇ ਸੀ ਹਕੂਮਤ ਦੀ ਕਾਰਕਰਦਗੀ ਦੀ। ਤੇ ਬਾਈਜਾਨ ਹਕੂਮਤ ਦੀ ਕਾਰਕਰਦਗੀ ਸਿਫਰ। ਪਹਿਲੇ ਤੇ ਜਿਹੜੇ ਤਾਜਰ ਹੈਗੇ ਨੇ ਉਹੀ ਹਰਾਮ ਖਾਂਦੇ ਨੇ, ਨਾ ਉਹ ਖਾਦ ਨੂੰ ਜ਼ਖੀਰਾ ਅੰਦੋਜ਼ੀ ਕਰਨ ਤੇ ਨਾ ਹੀ ਕੋਈ ਤਕੜੇ ਜ਼ਮੀਂਦਾਰ ਆ ਕੇ ਉਹਨਾਂ ਕੋਲ ਖੋ ਕੇ ਉਹ ਆਪਣੀ ਦੁਕਾਨਦਾਰੀ ਨਾ ਚਲਾਵਣ। ਮਤਲਬ ਵੀ ਮਾਮਲਾ ਸਾਰਾ ਹੀ ਖਰਾਬ ਹੋ ਗਿਆ ਹੈ। ਉਸੇ ਤਰੀਕੇ ਹਕੂਮਤ ਦੀਆਂ ਅੱਖਾਂ ਬੰਦ ਨੇ ਤੇ ਜੁਰਮਾਨਾ ਸਾਡੇ ਕਾਨੂੰਨ ਵਿੱਚ ਬਹੁਤ ਹੀ ਥੋੜਾ ਹੈ। 50,000 ਜੁਰਮਾਨਾ ਹੈ ਅਗਰ 500 ਬੋਰੀ ਕਿਸੇ ਜਗ੍ਹਾ ਤੋਂ ਪਕੜੀ ਜਾਂਦੀ ਹੈ, ਬਲਕਿ 5-5 ਬੋਰੀਆਂ ਪਕੜੀਆਂ ਗਈਆਂ ਨੇ, 20-20 ਵੀ ਪਕੜੀਆਂ ਗਈਆਂ ਨੇ। ਲੇਕਿਨ ਉਹਨਾਂ ਨੂੰ ਜਿਹੜਾ ਜੁਰਮਾਨਾ ਟੋਟਲ ਹੈ ਨਾ ਉਹ ਦੋਸਤੋ ਕੀਤਾ ਗਿਆ ਹੈ 20,000 ਤੋਂ 30,000 ਐਂਡ 50,000। तो तुम आप अंदाज़ा लगा लो 50,000 अगर 5,000 बोरी है तो कितने पैसे आवेंगे फी बोरी के। मतलब वो एक तरह कानूनी हो जाती है। अगर 5,000 बोरी इन्हें पकड़ी है तो 5,000 इन्हें तकसीम कोई नहीं करनी। अगर 5,000 पकड़ी है तो उस दिन क्योंकि हर बंदा उत्थे मौजूद नहीं होना, किसान खरीदार भी उत्थे होने ने थोड़े जे बंदे, उन्होंने इन्हें जनाब अगर 5,000 बोरी है या 1,000 बोरी है कोई 100 बोरी जिस तरीके सारे किसान भाई दसते हैं इन्हें बेच देनी होंगी है। बाकी इन्हों के खुद के बंदे होंगे ने उत्थे कागजी कार्रवाई करते हैं तो सीधी जनाब स्टोरां में चली जाती है खाद। जो जुर्माना हो जाता एक तरह उन्होंने लीगल हो जाती, कानूनी हो जाती, दोबारा हुकूमत उन्हें पुछ नहीं सकती। तो सारे जमींदार किसान यकीन मनो
ਅਨਾਜ ਪੈਦਾ ਕਰਨ ਵਾਲੇ ਜ਼ਮੀਂਦਾਰ ਜਿਨ੍ਹਾਂ ਦੇ ਹੱਥ ਚੁੰਮਣੇ ਚਾਹੀਦੇ ਨੇ, ਅੱਜ ਕੱਲ੍ਹ ਉਹ ਲੈਣਾ 'ਚ ਲੱਗੇ ਹੁੰਦੇ ਨੇ। ਜਿਸ ਤਰੀਕੇ ਕੋਈ ਦੇਗ ਮੰਡੀ ਪਈ ਹੈ, ਕੋਈ ਖੈਰਾਤ ਵਾਸਤੇ ਕੋਈ ਭਿਖਾਰੀ ਖੜੇ ਨੇ, ਇੰਝ ਹਾਲਾਤ ਜ਼ਮੀਂਦਾਰਾਂ ਦਾ ਹੋ ਰਿਹਾ ਹੈ। ਹਾਲਾਂਕਿ ਜ਼ਮੀਂਦਾਰ ਤਬਕਾ ਉਹ ਤਬਕਾ ਹੈ ਜਿਹੜੇ ਆਪਣੇ ਖੂਨ ਪਸੀਨੇ ਦੀ ਮਿਹਨਤ ਕਰਦੇ ਨੇ, ਚਾਵਲ ਉਗਾਉਂਦੇ ਨੇ, ਕਣਕ ਉਗਾਉਂਦੇ ਨੇ, ਮੱਕੀ ਉਗਾਉਂਦੇ ਨੇ, ਹਰ ਫਸਲ ਪੈਦਾ ਕਰਦੇ ਨੇ। ਮੇਰਾ ਖਿਆਲ ਹੈ ਵੀ ਕਿਸਾਨਾਂ ਦੀ ਇੱਜ਼ਤ ਕਰਨ ਦੀ ਬਜਾਏ ਇਹ ਕਿਸਾਨਾਂ ਨੂੰ ਜ਼ਲੀਲ ਕਰਨ 'ਤੇ ਲੱਗ ਗਏ ਨੇ, ਖਾਸ ਕਰਕੇ ਤਾਜਰ, ਖਾਸ ਕਰਕੇ ਹਕੂਮਤ। ਤੇ ਹਕੂਮਤ ਜਿਹੜੀ ਹੈ ਬਿਲਕੁਲ ਨਾਅਹਿਲ ਹੈ 100%। ਅਗਰ ਕੋਈ ਜਦੋਂ ਟਰੈਕਟਰ ਮਹਿੰਗੇ ਹੁੰਦੇ ਨੇ, ਪਹਿਲੇ ਇੱਕ ਕੰਪਨੀ ਮਹਿੰਗਾ ਕਰਦੀ ਹੈ, ਫਿਰ ਦੂਸਰੀ ਕੰਪਨੀ ਮਹਿੰਗਾ ਕਰ ਦਿੰਦੀ ਹੈ। ਤੇ ਹੈਰਾਨਗੀ ਤੇ ਪਰੇਸ਼ਾਨੀ ਵਾਲੀ ਗੱਲ ਹੈ, ਕੋਈ ਉਹਨਾਂ ਕੰਪਨੀਆਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਤੇ ਨਾ ਹੀ ਉਹਦਾ ਕੋਈ ਹੱਲ ਕਰਨ ਵਾਲਾ ਹੈ। 3-3 ਮਹੀਨੇ ਬਾਅਦ ਜਨਾਬ ਟਰੈਕਟਰ 2-2 ਲੱਖ ਮਹਿੰਗੇ ਹੁੰਦੇ ਨੇ। ਪਹਿਲੇ ਅੱਜ ਤੋਂ 5 ਸਾਲ ਪਹਿਲੇ ਚਲੇ ਜਾਓ ਤੇ ਕੀਮਤਾਂ ਜਦੋਂ ਪੁਰਾਣੀਆਂ ਹਕੂਮਤਾਂ ਹੈਗੀਆਂ ਸਨ, ਉਦੋਂ ਕੀਮਤਾਂ ਜਿਹੜੀਆਂ ਨੇ 50,000 ਵੱਧਦੀ ਹੈ ਜ਼ਿਆਦਾ ਤੋਂ ਜ਼ਿਆਦਾ। ਫਿਰ ਜਨਾਬ ਜਦੋਂ ਇਹਨਾਂ ਦੀ ਹਕੂਮਤ ਆਈ, ਇੱਕ ਵਾਰੀ 2-2 ਲੱਖ 3-3 ਲੱਖ ਰੁਪਏ ਜਨਾਬ 6 ਮਹੀਨੇ ਬਾਅਦ ਕੀਮਤ ਵੱਧ ਜਾਣੀ ਹੈ। ਤੇ ਤੁਸੀਂ ਅੰਦਾਜ਼ਾ ਲਗਾ ਲਓ, ਟੋਟਲੀ ਖਿਲਾਫ ਹਕੂਮਤ, ਟੋਟਲੀ ਖਿਲਾਫ। ਕਿਸਾਨ ਦੁਸ਼ਮਣ ਪਾਲਿਸੀਆਂ ਹੈਗੀਆਂ ਨੇ ਇਸ ਹਕੂਮਤ ਦੀਆਂ। ਇਹਨਾਂ ਨੂੰ ਚਾਹੀਦਾ ਹੈ ਕੋਈ ਖੁਦਾ ਖੌਫੀ ਕਰਨ ਤੇ ਕਿਸਾਨਾਂ ਦੇ ਬਾਰੇ ਕੁਝ ਸੋਚਣ। ਜੋ ਰੇਟ ਹੁਣ ਆਲੂ ਦਾ ਹੋ ਗਿਆ ਹੈ ਬਹੁਤ ਮੰਦਾ, ਤੇ ਮੇਰਾ ਖਿਆਲ ਹੈ ਵੀ ਆਲੂ ਖਰਚਾ ਹੀ ਨਹੀਂ ਪੂਰਾ ਹੋਣਾ ਇਸ ਵਾਰੀ ਜ਼ਮੀਂਦਾਰਾਂ ਦਾ। ਤੇ ਜ਼ਮੀਂਦਾਰਾਂ ਵੀ ਭਰਾਵਾਂ ਨੇ ਇਸ ਵਾਰੀ ਕਾਫੀ ਆਲੂ ਲਗਾਏ ਸਨ, ਕਿਉਂਕਿ ਉਹਨਾਂ ਦਾ ਜ਼ਿਹਨ ਸੀ ਵੀ ਹਕੂਮਤ ਜਿਹੜੀ ਹੈ ਇਹ ਜਾਵੇਗੀ ਦੂਸਰੇ ਮੁਲਕਾਂ ਨਾਲ ਲੈਣ ਦੇਣ ਕਰੇਗੀ, ਤੇ ਸਾਡੇ ਜਿਹੜੇ ਆਲੂ ਹੈਗੇ ਨੇ ਜ਼ਿਆਦਾ ਤੋਂ ਜ਼ਿਆਦਾ ਸੇਲ ਹੋਣਗੇ। ਤੇ ਜ਼ਮੀਂਦਾਰ ਸੌਖੇ ਹੋ ਜਾਣਗੇ। ਤੇ ਜ਼ਮੀਨਾਂ ਦਾ ਜਿਹੜਾ ਠੇਕਾ ਹੈ ਤਕਰੀਬਨ 1 ਲੱਖ ਨੂੰ ਕ੍ਰਾਸ ਕਰ ਚੁੱਕਿਆ ਹੈ। ਤੇ ਬਿਜਲੀ ਦੇ ਬਿੱਲ ਮਹਿੰਗੇ, ਖਾਦਾਂ ਮਹਿੰਗੀਆਂ, ਡੀਜ਼ਲ ਮਹਿੰਗੇ, ਤੇ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ, ਕੋਈ ਆਵਾਜ਼ ਕਿਸਾਨ ਦੀ ਉਠਾਉਣ ਵਾਲਾ ਨਹੀਂ ਹੈਗਾ। ਤੇ ਕਿਸਾਨ ਇੰਝ ਲੱਗਦਾ ਜਿਸ ਤਰੀਕੇ ਕੋਈ ਯਤੀਮ ਹੁੰਦੇ ਨੇ, ਇਹਨਾਂ ਦਾ ਕੋਈ ਵਾਲੀ ਵਾਰਸ ਹੀ ਕੋਈ ਨਹੀਂ। ਤੇ ਦੋਸਤੋ ਗੱਲ ਕਰ ਰਹੇ ਸੀ 510 ਬਿਲਾਰਸ ਦੀ, ਤੇ ਆ ਤੁਸੀਂ ਚੈੱਕ ਕਰ ਲਓ, ਕਿਸੇ ਕਿਸਮ ਦਾ ਕੋਈ ਧੂਆਂ ਸ਼ੂਆਂ ਨਹੀਂ ਹੈਗਾ। ਬਹੁਤ ਹੀ ਕਮਾਲ ਦੀ ਪਰਫਾਰਮੈਂਸ ਤੇ ਵਧੀਆ। ਇਹਨੂੰ ਕਹਿੰਦੇ ਨੇ ਵਲੈਤੀ ਟਰੈਕਟਰ। ਲੇਕਿਨ ਇਹਦੇ ਤੇ ਵੀ ਇੰਨੇ ਟੈਕਸ ਲਗਾਏ ਗਏ ਨੇ ਹਕੂਮਤ ਦੀ ਤਰਫੋਂ ਵੀ ਇਹ 28 ਲੱਖ ਤੱਕ ਪੜ ਗਿਆ ਹੈ। ਕੁਝ ਟਰੈਕਟਰ ਲੱਭਦੇ ਪਏ ਨੇ 26.5 ਲੱਖ ਦੇ, ਤੇ ਕੁਛ ਲੱਭਦੇ ਪਏ ਨੇ 28 ਲੱਖ ਦੇ। ਮਤਲਬ ਜਿਨ੍ਹਾਂ 'ਚ ਓਡੀ ਗੇਅਰ ਲੱਗਿਆ ਹੋਇਆ ਉਹ ਕਾਫੀ ਮਹਿੰਗਾ ਹੈ, ਜਿਹਦੇ ਵਿੱਚ ਉਹ ਕੋਈ ਸਾਦਾ ਹੈ ਇਹ ਸਸਤਾ ਹੈ। 2-3 ਰੇਟ ਚੱਲਦੇ ਪਏ ਨੇ ਮਾਰਕੀਟ ਵਿੱਚ। ਤੇ ਕਰਾਚੀ ਦਾ ਰੇਟ ਜਿਹੜਾ ਤਕਰੀਬਨ 26 ਲੱਖ ਰੁਪਏ ਹੈ। ਬਾਕੀ ਜਿਹੜੇ ਡੀਲਰ ਹਜ਼ਰਾਤ ਨੇ ਉਹ ਫਿਰ ਮੁਨਾਫਾ ਵਗੈਰਾ ਲੈ ਕੇ 27-28 ਲੱਖ 'ਚ ਦੇ ਰਹੇ ਨੇ। ਤੇ ਮੈਂ ਆਪਣੇ ਦੋਸਤਾਂ ਨੂੰ ਇਹ ਗੱਲ ਕਰਨਾ, ਅਗਰ ਕੋਈ ਉਹਨਾਂ ਨੂੰ ਚੱਲਦਾ ਟਰੈਕਟਰ ਲੱਭ ਜਾਵੇ ਬਿਲਾਰਸ, ਜਿਸ ਤਰੀਕੇ 13 ਮਾਡਲ ਹੈ ਜਾਂ 14 ਮਾਡਲ ਹੈ, 15 ਮਾਡਲ, ਇਹ ਲਓ। ਤੇ ਮੇਰਾ ਖਿਆਲ ਹੈ ਵੀ ਤੁਸੀਂ ਭੁੱਲ ਜਾਓਗੇ ਬਾਕੀ ਟਰੈਕਟਰਾਂ ਨੂੰ। ਤੇ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।